11ਵੀਂ ਜਮਾਤ ਦੇ ਸਮੂਹ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਵਿਦਿਆਰਥੀਓ, ਆਪਾਂ ਇਤਿਹਾਸ ਦਾ ਪਾਠ ਨੰਬਰ 6 ਵਰਧਨ ਸ਼ਾਸਕ ਅਤੇ ਉਹਨਾਂ ਦਾ ਸਮਾਂ ਕਰ ਰਹੇ ਹਾਂ। ਅੱਜ ਆਪਾਂ ਇਸ ਪਾਠ ਦੇ ਜਿਹੜੇ ਮਹੱਤਵਪੂਰਨ ਵੱਡੇ ਪ੍ਰਸ਼ਨਾਂ ਦੇ ਬਾਰੇ ਪੜ੍ਹਾਂਗੇ। ਤਾਂ ਉਹ ਵੱਡੇ ਪ੍ਰਸ਼ਨ ਕਿਹੜੇ ਨੇ, ਆਓ ਆਪਾਂ ਦੇਖਦੇ ਹਾਂ। ਤਾਂ ਉਹਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਪ੍ਰਸ਼ਨ ਹੈ, ਹਰਸ਼ ਦੀਆਂ ਮੁੱਖ ਜਿੱਤਾਂ ਦਾ ਵਰਣਨ ਕਰੋ ਜਾਂ ਹਰਸ਼ਵਰਧਨ ਦੀਆਂ ਕੋਈ 5 ਸੈਨਿਕ ਸਫਲਤਾਵਾਂ ਦਾ ਵਿਆਖਿਆ ਕਰੋ। ਵਿਦੇਸ਼ਾਂ ਨਾਲ ਉਸ ਦੇ ਸੰਬੰਧ ਕਿਸ ਤਰ੍ਹਾਂ ਦੇ ਸਨ। ਤਾਂ ਬੇਟੇ ਆਪਾਂ ਪੜ੍ਹਦੇ ਹਾਂ ਕਿ ਹਰਸ਼ਵਰਧਨ 606 ਈਸਵੀ ਵਿੱਚ ਰਾਜਗੱਦੀ 'ਤੇ ਬੈਠਿਆ। ਰਾਜਗੱਦੀ 'ਤੇ ਬੈਠਦੇ ਸਮੇਂ ਉਹ ਚਾਰੇ ਪਾਸੋਂ ਦੁਸ਼ਮਣਾਂ ਨਾਲ ਘਿਰਿਆ ਹੋਇਆ ਸੀ। ਦੁਸ਼ਮਣਾਂ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਅਨੇਕਾਂ ਯੁੱਧ ਕਰਨੇ ਪਏ। ਕੁਝ ਹੀ ਸਾਲਾਂ ਵਿੱਚ ਲਗਭਗ ਸਾਰੇ ਉੱਤਰੀ ਭਾਰਤ 'ਤੇ ਉਸ ਦਾ ਅਧਿਕਾਰ ਹੋ ਗਿਆ। ਇਸ ਦੀਆਂ ਮੁੱਖ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ। ਤਾਂ 606 ਵਿੱਚ ਬੇਟੇ ਉਹ ਰਾਜਗੱਦੀ 'ਤੇ ਬੈਠਦਾ ਹੈ ਔਰ ਉਸ ਸਮੇਂ ਉਹ ਥਾਨੇਸ਼ਰ ਜਿਹੜਾ ਕਿ ਹਰਿਆਣੇ ਦੇ ਆਸ-ਪਾਸ ਦਾ ਏਰੀਆ, ਥੋੜ੍ਹੇ ਜਿਹੇ ਇਲਾਕੇ ਦਾ ਜਿਹੜਾ ਮਾਲਕ ਸੀ, ਪਰ ਉਸਨੇ ਜਲਦੀ ਹੀ ਬਹੁਤ ਸਾਰੇ ਵੱਡੇ ਇਲਾਕੇ 'ਤੇ ਕਬਜ਼ਾ ਕਰ ਲਿਆ। ਤਾਂ ਪਹਿਲੀ ਜਿੱਤ ਬੰਗਾਲ ਦੀ ਜਿੱਤ। ਬੰਗਾਲ ਦਾ ਸ਼ਾਸਕ ਸ਼ੰਸ਼ਾਕ ਸੀ। ਉਸ ਨੇ ਹਰਸ਼ਵਰਧਨ ਦੇ ਵੱਡੇ ਭਰਾ ਨੂੰ ਧੋਖੇ ਨਾਲ ਮਾਰ ਦਿੱਤਾ ਸੀ। ਉਸ ਤੋਂ ਬਦਲਾ ਲੈਣ ਲਈ ਹਰਸ਼ ਨੇ ਕਾਮਰੂਪ, ਜਿਹੜਾ ਕਿ ਬੇਟੇ ਅਸਾਮ ਦਾ ਪੁਰਾਣਾ ਨਾਂ ਸੀ, ਕਾਮਰੂਪ ਦੇ ਰਾਜਾ ਭਾਸਕਰ ਵਰਮਨ ਨਾਲ ਮਿੱਤਰਤਾ ਕਰ ਲਈ ਅਤੇ ਉਸ ਦੀ ਸਹਾਇਤਾ ਨਾਲ ਸ਼ੰਸ਼ਾਕ ਨੂੰ ਹਰਾ ਦਿੱਤਾ, ਜਿਹੜਾ ਕਿ ਬੰਗਾਲ ਦਾ ਬੇਟੇ ਸ਼ਾਸਕ ਸੀ ਸ਼ੰਸ਼ਾਕ। ਪਰ ਜਦ ਤੱਕ ਸ਼ੰਸ਼ਾਕ ਜਿਉਂਦਾ ਰਿਹਾ, ਉਸ ਨੇ ਹਰਸ਼ ਨੂੰ ਬੰਗਾਲ ਉੱਤੇ ਕਬਜ਼ਾ ਨਾ ਕਰਨ ਦਿੱਤਾ। ਉਸ ਦੀ ਮੌਤ ਤੋਂ ਬਾਅਦ ਹੀ ਹਰਸ਼ ਬੰਗਾਲ ਨੂੰ ਆਪਣੀ ਰਾਜ ਵਿੱਚ ਮਿਲਾ ਸਕਿਆ। ਅਗਲੀ ਜਿਹੜੀ ਮਹੱਤਵਪੂਰਨ ਜਿੱਤ ਹੈ ਬੇਟੇ 5 ਪ੍ਰਦੇਸ਼ਾਂ ਦੀ ਜਿੱਤ। ਬੰਗਾਲ ਜਿੱਤ ਤੋਂ ਬਾਅਦ ਹਰਸ਼ ਨੇ ਲਗਾਤਾਰ ਕਈ ਵਰ੍ਹਿਆਂ ਤੱਕ ਯੁੱਧ ਕੀਤੇ। 606 ਈਸਵੀ ਤੋਂ ਲੈ ਕੇ 612 ਈਸਵੀ ਤੱਕ ਉਸ ਨੇ ਉੱਤਰੀ ਭਾਰਤ ਦੇ 5 ਪ੍ਰਦੇਸ਼ਾਂ ਨੂੰ ਜਿੱਤਿਆ। ਇਹ ਪ੍ਰਦੇਸ਼ ਸ਼ਾਇਦ ਪੰਜਾਬ, ਕਨੌਜ, ਬੰਗਾਲ, ਬਿਹਾਰ ਅਤੇ ਉੜੀਸਾ ਸਨ। ਬੇਟੇ 5 ਪ੍ਰਦੇਸ਼ ਪੰਜਾਬ, ਕਨੌਜ, ਬੰਗਾਲ, ਬਿਹਾਰ ਅਤੇ ਉੜੀਸਾ। ਅੱਗੇ ਆ ਗਿਆ ਵਲਭੀ ਦੀ ਜਿੱਤ। ਹਰਸ਼ ਦੇ ਸਮੇਂ ਵਲਭੀ, ਜਿਹੜਾ ਕਿ ਗੁਜਰਾਤ ਦਾ ਏਰੀਆ ਸੀ ਬੇਟੇ, ਕਾਫੀ ਧਨੀ ਪ੍ਰਦੇਸ਼ ਸੀ। ਹਰਸ਼ ਨੇ ਵਿਸ਼ਾਲ ਸੈਨਾ ਦੇ ਨਾਲ ਵਲਭੀ ਉੱਤੇ ਹਮਲਾ ਕੀਤਾ ਅਤੇ ਉੱਥੋਂ ਦੇ ਸ਼ਾਸਕ ਧਰੁਵ ਸੈਨ ਨੂੰ ਹਰਾਇਆ। ਕਹਿੰਦੇ ਹਨ ਕਿ ਬਾਅਦ ਵਿੱਚ ਵਲਭੀ ਨਰੇਸ਼ ਨੇ ਹਰਸ਼ ਦੇ ਨਾਲ ਮਿੱਤਰਤਾ ਕਰ ਲਈ। ਧਰੁਵ ਸੈਨ ਦੇ ਵਿਵਹਾਰ ਤੋਂ ਖੁਸ਼ ਹੋ ਕੇ ਹਰਸ਼ ਨੇ ਉਸ ਦੇ ਨਾਲ ਆਪਣੀ ਪੁੱਤਰੀ ਦਾ ਵਿਆਹ ਕਰ ਦਿੱਤਾ। ਅੱਗੇ ਬੇਟੇ ਪੁਲਕੇਸ਼ਨ ਦੂਜੇ ਨਾਲ ਯੁੱਧ। ਹਰਸ਼ ਨੇ ਉੱਤਰੀ ਭਾਰਤ ਨੂੰ ਜਿੱਤਣ ਤੋਂ ਬਾਅਦ ਦੱਖਣੀ ਭਾਰਤ ਨੂੰ ਜਿੱਤਣ ਦਾ ਨਿਸ਼ਚੈ ਕੀਤਾ। ਉਸ ਸਮੇਂ ਦੱਖਣੀ ਭਾਰਤ ਵਿੱਚ ਚਾਲੁਕਿਆ ਨਰੇਸ਼ ਪੁਲਕੇਸ਼ਨ ਦੂਜਾ ਸਭ ਤੋਂ ਅਧਿਕ ਸ਼ਕਤੀਸ਼ਾਲੀ ਸ਼ਾਸਕ ਸੀ। 633 ਈਸਵੀ ਵਿੱਚ ਨਰਮਦਾ ਨਦੀ ਦੇ ਕਿਨਾਰੇ ਦੋਵਾਂ ਰਾਜਿਆਂ ਵਿੱਚ ਯੁੱਧ ਹੋਇਆ। ਇਸ ਯੁੱਧ ਵਿੱਚ ਹਰਸ਼ ਪਹਿਲੀ ਵਾਰ ਹਾਰ ਗਿਆ ਅਤੇ ਉਸ ਨੂੰ ਵਾਪਸ ਪਰਤਣਾ ਪਿਆ। ਇਸ ਤਰ੍ਹਾਂ ਦੱਖਣ ਵਿੱਚ ਨਰਮਦਾ ਨਦੀ ਇਸ ਦੇ ਰਾਜ ਦੀ ਸੀਮਾ ਬਣ ਗਿਆ। ਸਿੰਧ ਜਿੱਤ। ਤਾਂ ਬਾਣ ਦੇ ਅਨੁਸਾਰ ਹਰਸ਼ ਨੇ ਸਿੰਧ ਉੱਤੇ ਵੀ ਹਮਲਾ ਕਰ ਦਿੱਤਾ ਅਤੇ ਇਸ ਪ੍ਰਦੇਸ਼ ਉੱਤੇ ਆਪਣਾ ਕਬਜ਼ਾ ਕਰ ਲਿਆ। ਹੁਣ ਸੰਗ ਲਿਖਦਾ ਹੈ ਕਿ ਉਸ ਸਮੇਂ ਸਿੰਧ ਇੱਕ ਸੁਤੰਤਰ ਪ੍ਰਦੇਸ਼ ਸੀ। ਹਰਸ਼ ਨੇ ਇਸ ਪ੍ਰਦੇਸ਼ 'ਤੇ ਜਿੱਤ ਹਾਸਲ ਨਹੀਂ ਕੀਤੀ ਸੀ। ਅਗਲਾ ਬੇਟੇ ਬਰਫੀਲੇ ਪ੍ਰਦੇਸ਼ ਉੱਤੇ ਜਿੱਤ। ਤਾਂ ਬਾਣ ਲਿਖਦਾ ਹੈ ਕਿ ਹਰਸ਼ ਨੇ ਇੱਕ ਬਰਫੀਲੇ ਪ੍ਰਦੇਸ਼ ਨੂੰ ਜਿੱਤਿਆ। ਬਰਫੀਲਾ ਪ੍ਰਦੇਸ਼ ਸ਼ਾਇਦ ਨੇਪਾਲ ਸੀ। ਕਹਿੰਦੇ ਹਨ ਕਿ ਹਰਸ਼ ਨੇ ਕਸ਼ਮੀਰ ਪ੍ਰਦੇਸ਼ ਉੱਤੇ ਵੀ ਜਿੱਤ ਪ੍ਰਾਪਤ ਕੀਤੀ ਸੀ। ਗੰਜਮ ਦੀ ਜਿੱਤ। ਤਾਂ ਗੰਜਮ ਦੀ ਜਿੱਤ ਹਰਸ਼ ਦੀ ਆਖਰੀ ਜਿੱਤ ਸੀ। ਉਸ ਨੇ ਗੰਜਮ ਉੱਤੇ ਕਈ ਵਾਰ ਹਮਲੇ ਕੀਤੇ, ਪਰ ਸ਼ੰਸ਼ਾਕ ਦੇ ਵਿਰੋਧ ਕਾਰਨ ਉਸ ਨੇ ਇਹ ਪ੍ਰਦੇਸ਼ ਨਾ ਜਿੱਤ ਸਕਿਆ। 620 ਈਸਵੀ ਵਿੱਚ ਸ਼ੰਸ਼ਾਕ ਦੀ ਮੌਤ ਤੋਂ ਬਾਅਦ ਉਸ ਨੇ ਗੰਜਮ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਅਤੇ ਇਸ ਪ੍ਰਦੇਸ਼ ਨੂੰ ਆਪਣੇ ਕਬਜ਼ਾ ਕਰ ਲਿਆ। ਰਾਜ ਵਿਸਤਾਰ। ਤਾਂ ਹਰਸ਼ ਲਗਭਗ ਸਾਰੇ ਉੱਤਰੀ ਭਾਰਤ ਦਾ ਸੁਆਮੀ ਸੀ। ਉਸ ਦੇ ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਹਿਮਾਲਾ ਤੋਂ ਲੈ ਕੇ ਦੱਖਣ ਵਿੱਚ ਨਰਮਦਾ ਨਦੀ ਨੂੰ ਛੂਹਦੀਆਂ ਸਨ। ਪੂਰਬ ਵਿੱਚ ਉਸ ਦਾ ਰਾਜ ਕਾਮਰੂਪ ਤੋਂ ਲੈ ਕੇ ਉੱਤਰ ਪੱਛਮ ਵਿੱਚ ਪੂਰਬੀ ਪੰਜਾਬ ਤੱਕ ਫੈਲਿਆ ਹੋਇਆ ਸੀ। ਪੱਛਮ ਵਿੱਚ ਅਰਬ ਸਾਗਰ ਤੱਕ ਦਾ ਪ੍ਰਦੇਸ਼ ਉਸ ਦੇ ਅਧੀਨ ਸੀ। ਹਰਸ਼ ਨੇ ਇਸ ਵਿਸ਼ਾਲ ਰਾਜ ਦੀ ਰਾਜਧਾਨੀ ਕਨੌਜ ਸੀ। ਵਿਦੇਸ਼ਾਂ ਨਾਲ ਸੰਬੰਧ। ਤਾਂ ਹਰਸ਼ ਨੇ ਚੀਨ ਅਤੇ ਫਰਾਂਸ ਆਦਿ ਕਈ ਦੇਸ਼ਾਂ ਨਾਲ ਮਿੱਤਰਤਾ ਕਾਇਮ ਕੀਤੀ। ਕਹਿੰਦੇ ਹਨ ਕਿ ਹਰਸ਼ ਅਤੇ ਫਰਾਂਸ ਦਾ ਸ਼ਾਸਕ ਸਮੇਂ-ਸਮੇਂ ਇੱਕ ਦੂਜੇ ਨੂੰ ਤੋਹਫੇ ਭੇਜਦੇ ਰਹਿੰਦੇ ਸਨ। ਤਾਂ ਬੇਟੇ ਕਾਫੀ ਇੰਪੋਰਟੈਂਟ ਪ੍ਰਸ਼ਨ ਹੈ ਹਰਸ਼ ਦੀਆਂ ਜਿੱਤਾਂ ਦੇ ਬਾਰੇ। ਅਤੇ ਅਗਲਾ ਇੰਪੋਰਟੈਂਟ ਪ੍ਰਸ਼ਨ ਹੈ ਹਰਸ਼ ਦੇ ਸ਼ਾਸਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਉਸ ਦਾ ਚਰਿੱਤਰ, ਜਿਹੜਾ ਕਿ ਆਪਾਂ ਪਹਿਲਾਂ ਕਰ ਚੁੱਕੇ ਹਾਂ। ਅਤੇ ਹੁਣ ਸਾਂਗ ਦੇ ਲੇਖਾਂ ਤੋਂ ਸਾਨੂੰ ਹਰਸ਼ ਦੇ ਰਾਜ ਪ੍ਰਬੰਧ ਵਿਸ਼ੇ ਵਿੱਚ ਚੰਗੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਸ ਨੂੰ ਹਰਸ਼ ਦਾ ਸ਼ਾਸਨ ਪ੍ਰਬੰਧ ਦੇਖ ਕੇ ਬਹੁਤ ਖੁਸ਼ੀ ਹੋਈ। ਉਸ ਨੇ ਹਰਸ਼ ਦੇ ਸ਼ਾਸਨ ਪ੍ਰਬੰਧ ਦੇ ਬਾਰੇ ਹੇਠਲੀਆਂ ਗੱਲਾਂ ਲਿਖੀਆਂ। ਰਾਜਾ। ਤਾਂ ਹਰਸ਼ ਇੱਕ ਪ੍ਰਜਾ ਪਾਲਕ ਸ਼ਾਸਕ ਸੀ। ਉਹ ਹਮੇਸ਼ਾ ਪ੍ਰਜਾ ਦੀ ਭਲਾਈ ਲਈ ਜੁਟਿਆ ਰਹਿੰਦਾ ਸੀ। ਹੁਣ ਸੰਗ ਲਿਖਦਾ ਹੈ ਕਿ ਹਰਸ਼ ਪ੍ਰਜਾ ਹਿੱਤ ਲਈ ਕੰਮ ਕਰਦਾ ਸਮੇਂ ਖਾਣਾ ਪੀਣਾ ਅਤੇ ਸੌਣਾ ਵੀ ਭੁੱਲ ਜਾਂਦਾ ਸੀ। ਸਮੇਂ-ਸਮੇਂ 'ਤੇ ਉਹਨਾਂ ਨੇ ਆਪਣੇ ਰਾਜ ਵਿੱਚ ਦੌਰਾ ਵੀ ਕਰਦਾ ਸੀ। ਉਹ ਬੁਰਾਈਆਂ ਕਰਨ ਵਾਲਿਆਂ ਨੂੰ ਸਜ਼ਾ ਦਿੰਦਾ ਸੀ ਅਤੇ ਨੇਕ ਕੰਮ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਸੀ। ਮੰਤਰੀ ਰਾਜੇ ਦੀ ਸਹਾਇਤਾ ਲਈ ਮੰਤਰੀ ਹੁੰਦੇ ਸਨ। ਮੰਤਰੀਆਂ ਤੋਂ ਇਲਾਵਾ ਅਨੇਕ ਕਰਮਚਾਰੀ ਸਨ ਜੋ ਮੰਤਰੀਆਂ ਦੀ ਸਹਾਇਤਾ ਕਰਦੇ ਸਨ। ਪ੍ਰਸ਼ਾਸਨਿਕ ਵੰਡ। ਪ੍ਰਸ਼ਾਸਨਿਕ ਕੰਮਾਂ ਦਾ ਠੀਕ ਢੰਗ ਨਾਲ ਚਲਾਉਣ ਲਈ ਉਸਨੇ ਆਪਣੇ ਸਾਰੇ ਪ੍ਰਦੇਸ਼ਾਂ ਨੂੰ ਪ੍ਰਾਂਤਾਂ, ਜ਼ਿਲ੍ਹਿਆਂ ਅਤੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ। ਪ੍ਰਾਂਤਾਂ ਦਾ
ਪ੍ਰਬੰਧ ਉਪਾਰਕ ਨਾਂ ਦੇ ਅਧਿਕਾਰੀ ਅਧੀਨ ਹੁੰਦਾ ਸੀ। ਜ਼ਿਲ੍ਹੇ ਦਾ ਪ੍ਰਬੰਧ ਵਿਸ਼ਪਤੀ ਅਤੇ ਪਿੰਡਾਂ ਦਾ ਪ੍ਰਬੰਧ ਪੰਚਾਇਤ ਕਰਦੀਆਂ ਸਨ। ਆਮਦਨ ਦੇ ਸਾਧਨ ਕਿਹੜੇ ਸਨ ਬੇਟੇ ਉਸ ਸਮੇਂ? ਹੁਣ ਸਾਨੂੰ ਲਿਖਦਾ ਕਿ ਹਰਸ਼ ਦੇ ਆਮਦਨ ਦਾ ਮੁੱਖ ਸਾਧਨ ਭੂਮੀ ਕਰ ਸੀ। ਇਹ ਉਪਜ ਦਾ 1/6 ਹਿੱਸਾ ਹੁੰਦਾ ਸੀ। ਇਸ ਤੋਂ ਇਲਾਵਾ ਕਈ ਹੋਰ ਸਧਾਰਨ ਕਰ ਵੀ ਧਨ ਕਰ ਸਨ ਕਿ ਪ੍ਰਜਾ ਉਹਨਾਂ ਨੂੰ ਆਸਾਨੀ ਨਾਲ ਚੁਕਾ ਸਕਦੀ ਸੀ। ਤਾਂ ਦੰਡ ਵਿਧਾਨ ਬਹੁਤ ਕਠੋਰ ਸੀ। ਅਪਰਾਧੀ ਅਤੇ ਨੱਕ ਕੰਨ ਆਦਿ ਕੱਟ ਦਿੱਤੇ ਜਾਂਦੇ ਸਨ। ਸੈਨਾ ਹਰਸ਼ ਕੋਲ ਇੱਕ ਵਿਸ਼ਾਲ ਸੈਨਾ ਸੀ। ਇਸ ਸੈਨਾ ਦਾ ਲਗਭਗ 2 ਲੱਖ ਸੈਨਿਕ ਸਨ। ਸੈਨਾ ਵਿੱਚ ਘੋੜੇ, ਹਾਥੀ ਅਤੇ ਰੱਥ ਦੀ ਵਰਤੋਂ ਕੀਤੀ ਜਾਂਦੀ ਸੀ। ਅਭਿਲੇਖ ਵਿਭਾਗ ਸਰਕਾਰੀ ਕੰਮਾਂ ਕਾਜਾਂ ਦਾ ਲੇਖਾ ਜੋਖਾ ਰੱਖਣ ਲਈ ਇੱਕ ਅਲੱਗ ਵਿਭਾਗ ਸੀ। ਤਾਂ ਬੇਟੇ ਹਰਸ਼ ਚਰਿੱਤਰ ਜਿਹੜਾ ਆਪਾਂ ਛੋਟੇ ਪ੍ਰਸ਼ਨ ਦੇ ਵਿੱਚ ਕਰ ਲਿਆ ਹੈ, ਉਹ ਹੀ ਤੁਸੀਂ ਸਾਰਿਆਂ ਨੇ ਇਸ ਨੂੰ ਬੜੇ ਧਿਆਨ ਦੇ ਨਾਲ ਜਿਹੜਾ ਕੀ ਹੈ ਇਸ ਪ੍ਰਸ਼ਨ ਨੂੰ ਕਰਨਾ ਹੈ। ਤਾਂ ਇਹ ਬੇਟੇ ਇਸ ਪਾਠ ਦੇ ਜਿਹੜੇ ਮਹੱਤਵਪੂਰਨ ਸਾਰੇ ਪ੍ਰਸ਼ਨ ਤੁਸੀਂ ਕਾਪੀਆਂ 'ਤੇ ਲਿਖ ਕੇ ਇਸ ਗਰੁੱਪ ਦੇ ਵਿੱਚ ਪੋਸਟ ਕਰਨੇ ਨੇ। ਥੈਂਕ ਯੂ ਵੈਰੀ ਮੱਚ।